ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਚਿਨ ਕੁਮਾਰ ਸਰਕਾਰੀ ਮਿਡਲ ਸਕੂਲ ਲੋਹਾਮ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਅੱਜ ਬੱਚਿਓ ਮੈਂ ਤੁਹਾਨੂੰ ਵਿਗਿਆਨ ਦਾ ਜਮਾਤ 8ਵੀਂ ਦਾ ਅਧਿਆਇ 11ਵਾਂ ਜਿੰਦਾ ਨਾਮ ਹੈ ਬਲ ਅਤੇ ਦਾਬ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਬਲ ਨੂੰ ਕੀ ਕਹਿ ਦਿੰਦੇ ਆ ਫੋਰਸ ਤੇ ਦਾਬ ਨੂੰ ਕੀ ਕਹਿ ਦਿੰਦੇ ਆ ਪ੍ਰੈਸ਼ਰ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ। ਅੱਜ ਆਪਾਂ ਬੇਟੇ ਜਾਣਾਂਗੇ ਕਿ ਬਲ ਕੀ ਹੁੰਦਾ ਹੈ। ਬਲ ਨੂੰ ਜਾਣਨ ਤੋਂ ਪਹਿਲਾਂ ਆਪਾਂ ਕੁਝ ਕੁਐਸਚਨਸ ਨੇ, ਕੁਝ ਪ੍ਰਸ਼ਨ ਨੇ, ਉਹਨਾਂ ਦੇ ਉੱਤਰ ਤੁਸੀਂ ਮੈਨੂੰ ਦੇਣੇ ਹਨ। ਆਪਾਂ ਉਹਨਾਂ ਬਾਰੇ ਜਾਣਨੇ ਆ। ਪਹਿਲਾ ਕੁਐਸਚਨ ਹੈ ਆਵਾਜਾਈ ਦੇ ਕਿਹੜੇ-ਕਿਹੜੇ ਸਾਧਨ ਹਨ। ਬੜੇ ਬਿਲਕੁਲ ਸਿੰਪਲ ਜੀ ਗੱਲ ਹੈ। ਆਵਾਜਾਈ ਮਤਲਬ ਆਉਣ ਜਾਣ ਵਾਸਤੇ ਆਪਾਂ ਕਿਹੜੇ-ਕਿਹੜੇ ਸਾਧਨਾਂ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਸਾਈਕਲ, ਮੋਟਰਸਾਈਕਲ, ਕਾਰ, ਬੱਸ, ਟਰੱਕ, ਰੇਲ ਗੱਡੀਆਂ, ਜਹਾਜ਼ ਜਿਹਨੂੰ ਆਪਾਂ ਐਰੋਪਲੇਨ ਕਹਿ ਦਿੰਦੇ ਆ। ਇਹ ਸਾਰੇ ਬੇਟੇ ਆਪਣੇ ਕੋਲ ਕੀ ਨੇ ਆਵਾਜਾਈ ਦੇ ਸਾਧਨ ਹਨ। ਪਰ ਬੇਟੇ ਇਹ ਜਿੰਨੇ ਵੀ ਆਵਾਜਾਈ ਦੇ ਸਾਧਨ ਹਨ, ਇੱਕ ਸਾਈਕਲ ਨੂੰ ਛੱਡ ਦਈਏ ਤਾਂ ਬਾਕੀ ਸਾਰੇ ਹੀ ਆਵਾਜਾਈ ਦੇ ਸਾਧਨ ਬੇਟੇ ਇਹਦੇ ਵਿੱਚ ਚਲਾਉਣ ਵਾਸਤੇ ਜਾਂ ਤਾਂ ਆਪਾਂ ਨੂੰ ਕੀ ਚਾਹੀਦਾ, ਪੈਟਰੋਲ ਚਾਹੀਦਾ, ਜਾਂ ਕੀ ਚਾਹੀਦਾ, ਡੀਜ਼ਲ ਚਾਹੀਦਾ। ਜੇਕਰ ਇਹਨਾਂ ਦੇ ਵਿੱਚ ਬੇਟੇ ਪੈਟਰੋਲ ਜਾਂ ਡੀਜ਼ਲ ਮੁੱਕ ਜਾਂਦਾ ਹੈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਜਾਂ ਤਾਂ ਆਪਾਂ ਨੂੰ ਧੱਕਾ ਜਾ ਕੇ ਕਿਧਰੇ ਨਾ ਕਿਧਰੇ ਲੈ ਕੇ ਜਾਣਾ ਪੈਂਦਾ ਪੈਟਰੋਲ ਪੰਪ ਤੱਕ। ਹੁਣ ਇਹੋ ਹੀ ਮੇਰਾ ਦੂਜਾ ਕੁਐਸਚਨ ਹੈ, ਕਾਰ ਅਗਰ ਨਾ ਚੱਲੇ ਤਾਂ ਤੁਸੀਂ ਕੀ ਕਰੋਗੇ? ਜੇ ਆਪਣੀ ਕਾਰ ਨਹੀਂ ਚੱਲਦੀ ਤਾਂ ਆਪਾਂ ਨੂੰ ਕੀ ਕਰਨੇ ਆ, ਧੱਕਾ ਮਾਰ ਕੇ ਰੇੜਨ ਦੀ ਆਪਾਂ ਨੂੰ ਕੀ ਕਰਦੇ ਆ, ਕੋਸ਼ਿਸ਼ ਕਰਦੇ ਆ। ਸੇਮ ਹੀ ਆਪਣਾ ਮੋਟਰਸਾਈਕਲ ਹੈ, ਜੇਕਰ ਕਿਧਰੇ ਉਹ ਸਟਾਰਟ ਨਹੀਂ ਹੁੰਦਾ ਤਾਂ ਆਪਾਂ ਨੂੰ ਕੀ ਕਰਦੇ ਆ, ਰੇੜ ਕੇ ਜਾਂ ਧੱਕਾ ਮਾਰ ਕੇ ਲੈ ਕੇ ਜਾਂਦੇ ਆ। ਉਹ ਹੁਣ ਬੇਟੇ ਧੱਕਾ ਕੀ ਹੈ? ਜਦੋਂ ਆਪਾਂ ਧੱਕਾ ਮਾਰਿਆ ਤਾਂ ਆਪਣਾ ਕੀ ਲੱਗਿਆ, ਜ਼ੋਰ ਲੱਗ ਰਿਹਾ। ਫਿਰ ਜ਼ੋਰ ਕੀ ਹੈ? ਜ਼ੋਰ ਬੇਟੇ ਇੱਕ ਹੀ ਤਰ੍ਹਾਂ ਦਾ ਬਲ ਹੈ ਜੋ ਆਪਣੇ ਦੁਆਰਾ ਲਗਾਇਆ ਜਾ ਰਿਹਾ ਹੈ। ਕਿਸੇ ਚੀਜ਼ ਉੱਪਰ ਜੋ ਆਪਣੇ ਦੁਆਰਾ ਬੇਟੇ ਬਲ ਲਗਾਇਆ ਜਾ ਰਿਹਾ ਹੈ, ਜ਼ੋਰ ਲਗਾਇਆ ਜਾ ਰਿਹਾ ਹੈ, ਉਹ ਕੀ ਹੈ, ਬਲ ਹੈ। ਹੁਣ ਬੇਟੇ ਇਹੋ ਜਿਹੀਆਂ ਕਾਫੀ ਸਾਰੀਆਂ ਉਦਾਹਰਨਾਂ ਆਪਣੀ ਡੇਲੀ ਲਾਈਫ ਦੇ ਨਾਲ ਜੁੜੀਆਂ ਹੋਈਆਂ ਨੇ। ਜਿਵੇਂ ਹੁਣ ਬੇਟੇ ਤੁਸੀਂ ਦੇਖਦੇ ਹੋ ਕਿ ਇੱਕ ਫੁੱਟਬਾਲ ਵਾਲਾ ਪਲੇਅਰ ਹੈ। ਹੁਣ ਜਿਹੜਾ ਚਿੱਤਰ ਦੇ ਵਿੱਚ ਤੁਸੀਂ ਵੇਖ ਰਹੇ ਹੋ, ਇੱਕ ਚਿੱਤਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਫੁੱਟਬਾਲ ਵਾਲਾ ਪਲੇਅਰ ਹੈ। ਉਹ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਉਹ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਉੱਥੇ ਕੀ ਲਗਾ ਰਿਹਾ ਹੈ? ਉਹ ਗੇਂਦ ਨੂੰ ਕੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਧੱਕਾ ਮਾਰ ਰਿਹਾ ਕਿ ਉਹ ਗੇਂਦ ਗੋਲਕੀਪਰ ਜਿਹੜਾ ਹੁੰਦਾ, ਗੋਲਕੀਪਰ ਦਾ ਜਿਹੜਾ ਉਹਦਾ ਬਣਿਆ ਹੋਇਆ ਬੋਲ ਬਾਕਸ ਉਹਦੇ ਅੰਦਰ ਨਾ ਜਾਵੇ ਤੇ ਉਹਨੂੰ ਕੀ ਕਰਦਾ ਹੈ, ਧੱਕਾ ਮਾਰਦਾ। ਸੇਮ ਹੀ ਇੱਕ ਹਾਕੀ ਵਾਲਾ ਪਲੇਅਰ ਹੈ। ਹੁਣ ਤੁਸੀਂ ਪਿਕਚਰ ਵੇਖ ਰਹੇ ਹੋ ਇੱਕ ਹਾਕੀ ਵਾਲੇ ਪਲੇਅਰ ਦੀ। ਉਹ ਹਾਕੀ ਸਟਿਕ ਦੇ ਨਾਲ ਕੀ ਮਾਰ ਰਿਹਾ, ਗੇਂਦ ਨੂੰ ਸੱਟ ਮਾਰਦਾ ਹੈ, ਠੋਕਰ ਮਾਰਦਾ ਹੈ। ਤਾਂ ਫਿਰ ਬੇਟੇ ਉਹ ਵੀ ਕੀ ਲਗਾ ਰਿਹਾ ਹੈ, ਜ਼ੋਰ ਹੀ ਲਗਾ ਰਿਹਾ। ਜੇਕਰ ਹੁਣ ਆਪਾਂ ਦੇਖੀਏ ਇੱਕ ਕ੍ਰਿਕਟ ਵਾਲਾ ਬੰਦਾ ਹੈ, ਕ੍ਰਿਕਟ ਖੇਡ ਰਿਹਾ ਹੈ, ਉਹਨੇ ਬੇਟੇ ਕੀ ਕੀਤਾ, ਬੋਲ ਨੂੰ ਜ਼ੋਰ ਦੀ ਮਾਰਤਾ। ਹੁਣ ਜਿਹੜਾ ਦੂਜਾ ਫੀਲਡਿੰਗ ਕਰ ਰਿਹਾ ਹੈ ਉਹਨੇ ਕੀ ਕਰਨਾ, ਜੋ ਗੇਂਦ ਨੂੰ ਰੋਕਣਾ ਹੈ। ਕਿਵੇਂ ਗੇਂਦ ਰੋਕੇਗਾ? ਜ਼ੋਰ ਲਾ ਕੇ ਗੇਂਦ ਰੋਕੇਗਾ। ਉਹਨੂੰ ਕੀ ਕਰੇਗਾ, ਆਪਦਾ ਜ਼ੋਰ ਲਗਾਏਗਾ ਤੇ ਗੇਂਦ ਨੂੰ ਕੀ ਕਰ ਲੇਗਾ, ਰੋਕ ਲੇਗਾ। ਹੁਣ ਇਹੋ ਹੀ ਚੀਜ਼ਾਂ ਬੇਟੇ ਕਿਸੇ ਚੀਜ਼ ਦੀ ਗਤੀ ਨੂੰ ਵਧਾਉਣਾ ਹੈ ਜਾਂ ਗਤੀ ਨੂੰ ਘਟਾਉਣਾ ਹੈ ਜਾਂ ਗਤੀ ਦੇ ਵਿੱਚ ਪਰਿਵਰਤਨ ਕਰਨਾ ਹੈ। ਮੇਰੀ ਗੱਲ ਧਿਆਨ ਨਾਲ ਸਮਝਣੀ ਹੈ। ਕਿਸੇ ਵੀ ਚੀਜ਼ ਦੀ ਗਤੀ ਨੂੰ ਕੀ ਕਰਨਾ ਹੈ, ਵਧਾਉਣਾ ਹੈ ਜਾਂ ਗਤੀ ਨੂੰ ਘਟਾਉਣਾ ਹੈ ਜਾਂ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਕਰਨੀ ਹੈ। ਠੀਕ ਹੈ, ਉਹਨਾਂ ਸਾਰਿਆਂ ਵਾਸਤੇ ਆਪਾਂ ਨੂੰ ਕੀ ਲੱਗਦਾ ਹੈ, ਆਪਣਾ ਕੀ ਲੱਗਦਾ ਹੈ, ਜ਼ੋਰ। ਪਰ ਵਿਗਿਆਨ ਦੀ ਲੈਂਗੁਏਜ ਦੇ ਵਿੱਚ ਵਿਗਿਆਨ ਨੂੰ ਬੇਟੇ ਕੀ ਨਾਮ ਦਿੰਦੀ ਹੈ, ਬਲ ਜਾਂ ਫੋਰਸ। ਬਲ ਜਾਂ ਫੋਰਸ ਪੰਜਾਬੀ ਚ ਉਹਨੂੰ ਕੀ ਕਹਿ ਦਿੰਦੇ ਨੇ, ਬਲ ਕਹਿ ਦਿੰਦੇ ਨੇ, ਤੇ ਇੰਗਲਿਸ਼ ਵਿੱਚ ਉਹਨੂੰ ਕੀ ਕਿਹਾ ਜਾਂਦਾ ਹੈ, ਫੋਰਸ ਕਿਹਾ ਜਾਂਦਾ ਹੈ। ਹੁਣ ਬੇਟੇ ਇਹਦੀ ਉਦਾਹਰਣ ਮੈਂ ਤੁਹਾਨੂੰ ਹੋਰ ਇਹ ਦੇਣਾ ਚਾਹਨਾ। ਜਿਵੇਂ ਕਿ ਇੱਕ ਕ੍ਰਿਕਟ ਵਾਲਾ ਪਲੇਅਰ ਖੇਡ ਰਿਹਾ ਹੈ, ਬੋਲਰ ਨੇ ਗੇਂਦ ਸਿੱਟੀ। ਹੁਣ ਬੇਟੇ ਬੈਟਸਮੈਨ ਕੀ ਕਰੇਗਾ, ਜਾਂ ਤਾਂ ਗੇਂਦ ਨੂੰ ਬਿਲਕੁਲ ਰੋਕ ਦੇਗਾ,
ਜੇ ਉਹਨੇ ਆਪਦਾ ਬੈਟ ਅੱਗੇ ਰੱਖ ਕੇ ਗੇਂਦ ਰੋਕਤੀ ਫਿਰ ਕੀ ਹੋ ਗਿਆ, ਬੋਲ ਦੀ ਸਪੀਡ ਕੀ ਹੋ ਗਈ, ਘਟ ਗਈ। ਜੇ ਉਹਨੇ ਅੱਗੋਂ ਜ਼ੋਰ ਨਾਲ ਸਟ੍ਰੋਕ ਮਾਰਤਾ ਤਾਂ ਫਿਰ ਉਹ ਉਨੀ ਹੀ ਸਪੀਡ ਦੇ ਨਾਲ ਕੀ ਗਈ, ਅੱਗੇ ਚਲੇਗੀ। ਫਿਰ ਗੇਂਦ ਦੀ ਕੀ ਹੋ ਗਈ, ਸਪੀਡ ਹੁੰਦੀ ਜਿਹੜੀ ਗਤੀਸ਼ੀਲ ਉਹ ਕੀ ਹੋ ਗਈ, ਜ਼ਿਆਦਾ ਹੋ ਗਈ। ਜੇ ਉਹਨੂੰ ਬੇਟੇ ਕੀ ਕਰਦਾ, ਗੇਂਦ ਆਈ ਬਿਲਕੁਲ ਸਿੱਧੀ, ਉਹਨੇ ਇਸ ਤਰ੍ਹਾਂ ਮਾਰਿਆ, ਫਿਰ ਉਹਦੀ ਗੇਂਦ ਦੀ ਕੀ ਹੋ ਗਈ, ਹੁਣ ਦਿਸ਼ਾ ਦੇ ਵਿੱਚ ਵੀ ਕੀ ਹੋ ਗਿਆ, ਪਰਿਵਰਤਨ ਹੋ ਗਿਆ ਨਾ। ਇਹ ਸਾਰੀਆਂ ਐਗਜ਼ਾਮਪਲ ਚ ਬੇਟੇ ਕੀ ਲੱਗਿਆ, ਬੱਲੇਬਾਜ਼ ਦਾ ਜ਼ੋਰ ਲੱਗਿਆ। ਜ਼ੋਰ ਕੀ ਹੈ, ਬਲ। ਜ਼ੋਰ ਕੀ ਹੈ, ਬਲ। ਹੁਣ ਬਲ ਉਹ ਆਪਾਂ ਜਾਣਿਆ ਸੀ ਜ਼ੋਰ ਕਿਵੇਂ ਕਿਵੇਂ ਲੱਗ ਰਿਹਾ। ਹੁਣ ਬੇਟੇ ਆਪਾਂ ਜਾਣਦੇ ਆ ਬਲ ਕੀ ਹੈ। ਬਲ ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ, ਧੱਕੇ ਨੂੰ ਬੇਟੇ ਆਪਾਂ ਸਾਇੰਸ ਲੈਂਗੁਏਜ ਵਿੱਚ ਕੀ ਕਹਿੰਦੇ ਆ, ਅਭਿਕਰਸ਼ਣ ਕਹਿ ਦਿੰਦੇ ਆ, ਜਾਂ ਖਿਚਾਅ। ਖਿਚਾਅ ਨੂੰ ਕੀ ਕਿਹਾ ਜਾਂਦਾ, ਅਪਕਰਸ਼ਣ ਕਿਹਾ ਜਾਂਦਾ, ਨੂੰ ਬਲ ਕਹਿੰਦੇ ਹਨ। ਕਹਿੰਦਾ ਵੀ ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ ਜਾਂ ਖਿਚਾਅ ਨੂੰ ਬਲ ਕਿਹਾ ਜਾਂਦਾ ਹੈ। ਬਿਲਕੁਲ ਬੇਟੇ ਸਿੰਪਲ ਜੀ ਗੱਲ ਹੈ। ਹੁਣ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਮੈਂ ਪਿੱਛੇ ਵੀ ਤੁਹਾਨੂੰ ਉਦਾਹਰਨ ਦਿੱਤੀ ਹੈ। ਇੱਕ ਬੈਟਸਮੈਨ ਹੈ, ਕ੍ਰਿਕਟ ਦਾ ਬੈਟਸਮੈਨ, ਜਦੋਂ ਬੇਟੇ ਉਹ ਖੇਡ ਰਿਹਾ ਤਾਂ ਬੇਟੇ ਉਹ ਬੋਲ ਨੂੰ ਕੀ ਮਾਰਦਾ ਹੈ, ਜ਼ੋਰ ਲਾ ਰਿਹਾ, ਉਹ ਬੋਲ ਨੂੰ ਕੀ ਮਾਰ ਰਿਹਾ, ਧੱਕਾ ਮਾਰ ਰਿਹਾ, ਆਪਦੇ ਤੋਂ ਦੂਰ ਧੱਕ ਰਿਹਾ, ਆਪਦੇ ਤੋਂ ਉਹ ਕੀ ਕਰ ਰਿਹਾ, ਦੂਰ ਧੱਕ ਰਿਹਾ। ਜੇਕਰ ਬੇਟੇ ਆਪਣੇ ਕੋਲ ਕੋਈ ਟੇਬਲ ਹੈ, ਆਪਾਂ ਟੇਬਲ ਨੂੰ ਇੱਥੇ ਪਿਆ ਹੈ, ਆਪਾਂ ਦੂਰ ਕਰਨਾ ਹੈ, ਆਪਾਂ ਕੀ ਕਰਾਂਗੇ, ਉਹਨੂੰ ਧੱਕਾ ਮਾਰਾਂਗੇ। ਕੀ ਕਰਾਂਗੇ, ਆਪਾਂ ਧੱਕਾ ਮਾਰਾਂਗੇ। ਧੱਕਾ ਮਾਰਨ ਚ ਆਪਣਾ ਕੀ ਲੱਗਿਆ, ਜ਼ੋਰ ਲੱਗਿਆ। ਫਿਰ ਉਹ ਵੀ ਬੇਟੇ ਕਿਹਦੇ ਵਿੱਚ ਹੈ, ਬਲ ਵਿੱਚ ਹੈ। ਜਾਂ ਜੇ ਧੱਕਾ ਨਹੀਂ ਤਾਂ ਖਿਚਾ, ਕੋਈ ਚੀਜ਼ ਆਪਾਂ ਆਪਦੇ ਵੱਲ ਖਿੱਚਨੇ ਆ। ਇੱਥੇ ਬੇਟੇ ਤੁਹਾਨੂੰ ਇੱਕ ਪਿਕਚਰ ਦਿਖ ਰਹੀ ਹੈ ਕਿ ਬੱਚੇ ਰੱਸਾ ਖਿੱਚਣ ਵਾਲੀ ਗੇਮ ਖੇਡ ਰਹੇ ਆ। ਇੱਕ ਸਾਈਡ ਤੇ 3 ਬੱਚੇ, ਇੱਕ ਸਾਈਡ ਤੇ ਵੀ 4 ਹੈ। ਉਹ ਕੀ ਕਰ ਰਹੇ ਆ, ਰੱਸਾ ਖਿੱਚ ਰਹੇ ਆ, ਤਾਂ ਉਹ ਵੀ ਕੀ ਲਾ ਰਹੇ ਆ, ਜ਼ੋਰ ਲਾ ਰਹੇ ਆ। ਕਹਿਣ ਦਾ ਮਤਲਬ ਉੱਥੇ ਵੀ ਕੀ ਲੱਗ ਰਿਹਾ, ਉਹਨਾਂ ਦਾ ਬਲ ਲੱਗ ਰਿਹਾ। ਹੁਣ ਬੇਟੇ ਇਹੋ ਹੀ ਐਗਜ਼ਾਮਪਲ, ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ, ਧੱਕਾ ਕੀ ਹੁੰਦਾ ਹੈ, ਅਭਿਕਰਸ਼ਣ ਜਾਂ ਖਿਚਾਅ। ਖਿਚਾਅ ਕੀ ਹੈ, ਅਪਕਰਸ਼ਣ ਨੂੰ ਬਲ ਕਹਿੰਦੇ ਹਨ। ਇਹ ਬੇਟੇ ਆਪਣੇ ਕੋਲ ਕੀ ਹੈ, ਬਲ ਦੀ ਪਰਿਭਾਸ਼ਾ ਹੈ, ਬਲ ਦੀ ਡੈਫੀਨੇਸ਼ਨ ਹੈ ਪੂਰੀ ਦੀ ਪੂਰੀ, ਵੀ ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ ਜਾਂ ਖਿਚਾਅ ਨੂੰ ਬਲ ਕਿਹਾ ਜਾਂਦਾ ਹੈ। ਧੱਕਾ ਤੇ ਖਿਚਾਅ, ਪੁਸ਼ ਔਰ ਪੁਲ, ਪੁਸ਼ ਔਰ ਪੁਲ। ਇੰਗਲਿਸ਼ ਦੇ ਵਿੱਚ ਜਰਨਲ ਆਪਾਂ ਕੀ ਵਰਡ ਯੂਜ਼ ਕਰਨੇ ਆ, ਪੁਸ਼ ਔਰ ਪੁਲ। ਹੁਣ ਬੇਟੇ ਕੀ ਧੱਕੇ ਤੇ ਖਿਚਾਅ ਤੋਂ ਇਲਾਵਾ ਵੀ ਕੋਈ ਹੋਰ ਕਿਰਿਆਵਾਂ ਦੇ ਰਾਹੀਂ ਬਲ ਲੱਗਦਾ ਹੈ? ਬਿਲਕੁਲ ਲੱਗਦਾ ਹੈ। ਤੁਸੀਂ ਸੋਚੋ, ਜਿਵੇਂ ਕਿਸੇ ਚੀਜ਼ ਨੂੰ ਚੁੱਕਣਾ ਹੈ ਤਾਂ ਆਪਣਾ ਕੀ ਲੱਗੇਗਾ, ਜ਼ੋਰ ਲੱਗੇਗਾ ਕਿ ਨਹੀਂ ਲੱਗੇਗਾ? ਉਹ ਵੀ ਕਿੰਦੇ ਵਿੱਚ ਆਵੇਗਾ, ਫਿਰ ਬਲ ਵਿੱਚ ਆਵੇਗਾ। ਖੋਲਣ ਤੇ, ਕਿਸੇ ਚੀਜ਼ ਨੂੰ ਖੋਲਣਾ ਤਾਂ ਵੀ ਜ਼ੋਰ ਲੱਗਦਾ ਹੈ। ਬੰਦ ਕਰਨ ਤੇ ਵੀ ਜ਼ੋਰ ਲੱਗਦਾ ਹੈ। ਠੋਕਰ ਮਾਰਨ ਤੇ ਵੀ ਜ਼ੋਰ ਲੱਗਦਾ ਹੈ। ਠੋਕਰ ਮਾਰਨ ਦੀ ਤਾਂ ਬੇਟੇ ਮੈਂ ਤੁਹਾਨੂੰ ਬਹੁਤ ਵਧੀਆ ਐਗਜ਼ਾਮਪਲ ਪਿੱਛੇ ਦੇ ਕੇ ਆਇਆ ਕਿ ਫੁੱਟਬਾਲ ਵਾਲਾ ਪਲੇਅਰ ਜਦੋਂ ਬੇਟੇ ਉਹ ਬੋਲ ਨੂੰ ਆਪਦੇ ਪੈਰ ਨਾਲ ਕੀ ਕਰਦਾ ਹੈ, ਕਿੱਕ ਮਾਰਦਾ ਹੈ। ਕਿੱਕ ਮਾਰਨ ਨੂੰ ਕੀ ਕਹਿੰਦੇ ਆ ਆਪਾਂ, ਠੋਕਰ ਮਾਰਨੇ ਕਹਿੰਦੇ ਆ। ਉਹਨੇ ਬੋਲ ਨੂੰ ਕੀ ਮਾਰੀ, ਠੋਕਰ ਮਾਰੀ। ਦੂਸਰੀ ਐਗਜ਼ਾਮਪਲ, ਹਿੱਟ ਕਰਨਾ। ਬੈਟਸਮੈਨ ਬੋਲ ਨੂੰ ਕੀ ਕਰਦਾ ਹੈ, ਹਿੱਟ ਕਰਦਾ ਹੈ। ਆਪਾਂ ਕਹਿੰਦੇ ਆ ਸਚਿਨ ਨੇ ਬਹੁਤ ਵਧੀਆ ਹਿੱਟਿੰਗ ਕੀਤੀ। ਹਿੱਟਿੰਗ ਦਾ ਮਤਲਬ ਉਹਨੇ ਚੰਗੀਆਂ ਹਿੱਟ ਮਾਰੀਆਂ ਨੇ ਅੱਜ। ਉਸ ਤੋਂ ਬਾਅਦ ਸੱਟ ਮਾਰਨਾ ਜਾਂ ਕਿਸੇ ਨੂੰ ਧੱਕਾ ਮਾਰਨਾ, ਇਹ ਜਨਰਲ ਐਗਜ਼ਾਮਪਲ ਹੈ। ਜੇਕਰ ਤੁਸੀਂ ਦੋ ਜਣੇ ਲੜ ਪੈਂਦੇ ਜੇ ਤਾਂ ਇੱਕ ਦੂਜੇ ਨੂੰ ਕੀ ਮਾਰਦੇ ਜੇ, ਧੱਕੇ ਮਾਰਦੇ ਜੇ ਕਿ ਨਹੀਂ? ਪਰ ਲੱਗਦਾ ਕੀ ਹੈ, ਤੁਹਾਡਾ ਜ਼ੋਰ ਹੀ ਲੱਗ ਰਿਹਾ। ਧੱਕਾ ਦੇਣਾ, ਖਿੱਚਣਾ, ਇਹ ਸਾਰੀਆਂ ਕਿਰਿਆਵਾਂ ਵੀ ਬੇਟੇ ਕੀ ਨੇ, ਬਲ ਵਿੱਚ ਹੀ ਸ਼ਾਮਿਲ ਨੇ। ਠੀਕ ਹੈ ਬੇਟੇ, ਬਲ ਬਾਰੇ ਹੁਣ ਮੈਂ ਫਿਰ ਇੱਕ ਵਾਰ ਤੁਹਾਨੂੰ ਦੱਸ ਦਿਆਂ। ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ ਜਾਂ ਖਿਚਾਅ ਨੂੰ ਬਲ ਕਹਿੰਦੇ ਹਨ। ਹੁਣ ਬੇਟੇ ਇੰਨੀਆਂ ਸਾਰੀਆਂ ਦੀਆਂ ਆਪਾਂ ਕੁਝ ਐਗਜ਼ਾਮਪਲ ਡਿਸਕਸ ਕਰਦੇ ਹਾਂ ਵੀ ਬਲ ਕਿਵੇਂ, ਕਿ ਠੋਕਰ ਨਾਲ ਲੱਗਿਆ, ਧੱਕਾ ਮਾਰਨ ਨਾਲ ਲੱਗਿਆ, ਕਿ ਖਿਚਾਅ ਦੇ ਨਾਲ ਲੱਗਿਆ। ਆਪਾਂ ਬਲ ਬਾਰੇ ਜਾਣ ਲਿਆ। ਹੁਣ ਬੇਟੇ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਲ ਦੇ ਵਿੱਚ ਸਿਰਫ ਧੱਕਾ ਤੇ ਖਿਚਾਅ ਨਹੀਂ, ਅਭਿਕਰਸ਼ਣ ਤੇ ਅਪਕਰਸ਼ਣ ਨਹੀਂ, ਉਸ ਤੋਂ ਇਲਾਵਾ ਵੀ ਜਿਵੇਂ
धक्का देना, खिंचना, ठोकर मारना, चुकना, मोड़ना, उड़ाना, सुटना, ये सारिया जिहड़ियां चीज़ां ने ये भी बेटे इन्हां ते भी की लगदा है, जोर लगदा है, बल लगदा है। हुण बेटे आपां रोजाना जिंदगी दियां कुछ उदाहरण नूं देखांगे, रोजाना जिंदगी दियां कुछ उदाहरण दे नाल चैक करदे आ कि इन्हां दे विच किहड़ियां-किहड़ियां चीज़ां ते किस तरह दा काम हो रहा है। हुण बेटे सारे नालों पहली वीडियो पहली एग्जांपल जिहड़ी है वो की है, मेज उत्ते रखी किताब नूं गतिशील बनाउणा। इहदे विच बेटे तुसीं देख रहे हो मेज उत्ते रखी किताब नूं की है आपां गतिशील बनाना। कहण दा मतलब ओनू जिहड़ी पोजीशन ते पई है उहदी पोजीशन नूं की करना है, आपां बदल देना है, अगे पीछे करना है। अगे पीछे बेटे आपां किवें कर सकते हैं, तुसीं वीडियो च देख रहे हो पहला की चल रहा है धक्के, भी आपां ओनू अपने तो दूर कर रहे हैं धक्के नाल। फिर बेटे ओनू आपां की कर रहे हैं सीधा चुक के भी रख सकते हैं। उस तो बाद बेटे आपां की कर रहे हैं, फिर ओनू आपां आपदे वल लैके आना है तो ओनू आपां आपदे वल खिंच के भी लैके आ सकते हैं। कहण दा मतलब इहदे विच तीन क्रियावां धक्का देना, खिंचना ते चुकना आ रही है। हुण बेटे अगे एक पॉइंट बनया, कार्य नूं व्यक्त कर सकते हैं अभिकर्षण ते अपकर्षण। खिंचना की है, खिंचण दा बेटे आपां की दस्सिया सी तुहानूं, अभिकर्षण है ते अपकर्षण किंदा धक्का देना, दोनों काम होए ते दोनों दे विच आपां हां हां फिल कीती है। हुण बेटे दूजी एग्जांपल जिहड़ी है दरवाजे दा खुलना जां बंद करना। हुण बेटे दरवाजे नूं खोलना जां बंद करना है अपना रोजाना जिंदगी दे विच इहदा काफी ज्यादा उपयोग आपां करदे आ। घर दा गेट कदे खोलदे आ ते कदे बंद करदे आ। जेकर बेटे आपां गेट नूं की कर रहे हैं, बाहरों आए आ खोलिया, तो फिर बेटे ओनू आपां की देंगे धक्का देंगे। तुसीं वीडियो दे विच भी देख रहे हो मैं गेट नूं खोल रहा तो मैं ओनू की दिता धक्का दिता। पर जेकर मैं किधरे बाहरों खड़ा होके गेट बंद करदा तो फिर मैं आपदे वल खिंच रहा। कहण दा मतलब उहदे विच भी धक्का देना ते खिंचना दोनों काम हो रहे हैं। ते फिर आपां अभिकर्षण ते अपकर्षण दे विच की कर दांगे, हां हां फिल करांगे। हुण बेटे आगे तीजी गल, खूह विचों पानी दी बाल्टी नूं खिंचना। हुण बेटे ये तो आपां जे खूह दे विचों पानी दी बाल्टी नूं खिंचना है, इहदी बेटे बिल्कुल सिंपल जी तुसीं नाल ही लिखिया होया खिंचना। कहण दा मतलब कि ये आपां बाल्टी नूं ऊपर आपां की कर रहे हैं, फिर खिंच रहे हैं ते इहदे विच खिंचण वाला काम तां हो गया। पर धक्कण वाला काम कदों होएगा? जदों बेटे तुसीं बाल्टी नूं विच सिੱਟोगे तो उदों आपां की मारदे आ, धक्का मारदे आ। कहण दा मतलब अपने दोनों दे विचों एक होएगा, जां खिंचना जां धक्कना। कहण दा मतलब इत्थे भी अपना की लग्या बल लग्या, बल किहड़ी टाइप च लग्या, खिंचने च लग्या। हुण बेटे चौथी एग्जांपल है फुटबॉल दे खिडारी दा किक मारना। हुण बेटे जदों फुटबॉल दा खिडारी किक मारेगा ओनू की करेगा, ठोकर मारेगा। पैर दे नाल आपां किसी चीज नूं मारने आ तां की मारने आ, ठोकर मारने आ। जदों ओनू ठोकर मारेगा तो ओ की होया, धक्का ही होया ना। कहण दा मतलब वो भी उन्होंने की कीता, धक्किया। जदों उन्होंने धक्किया तो की फोर्स लग गई। इनदे विच भी बेटे अपने कोल की हो गया, फिर अपकर्षण नूं हां करांगे ते अभिकर्षण नूं ना करांगे। हुण बेटे पंजवीं एग्जांपल है किसे मेज दे दराज नूं खोलना। हुण बेटे दा घरे तुसीं नॉर्मल देखदे ही हो, मेज दी दराज नूं खोलना है। जे दराज है ओनू आपां आपदे वल की कर रहे हैं, वीडियो च तुसीं देख रहे हो कि आपां खिंच रहे हैं। पहला काम की हो गया खिंचण दा। जे बंद करने आ तो फिर ओनू आपां की करांगे, धक्कांगे। तो फिर किहड़ा काम हो गया, धक्कण दा काम हो गया। हुण बेटे इहदे विच फिर की हो गया, धक्का देना ते खिंचना। हुण बेटे इहदे विच अभिकर्षण भी हो रहा ते अपकर्षण भी हो रहा, दोनों नूं आपां की करांगे, हां हां करांगे। हुण अगली एग्जांपल है एक बल्लेबाज द्वारा क्रिकेट दी गेंद ते प्रहार करना। हुण बेटे वीडियो च तुसीं देख रहे हो महेंद्र सिंह धोनी ने जोरदार सिक्स लाया। की कीता उन्हें, गेंद नूं फिर धक्कता, चक के ऊपर मारिया। हुण उहदे विच की आ गया, धक्का देना भी आ सकता है, ऊपर चुकना भी आ सकता है गेंद नूं शॉट दे नाल, ठीक है, ठोकर मारनी भी। जर्नल आपां इहदे विच दो चीज़ां लांगे, एक धक्का देना ते एक ऊपर चुकना, ठीक है। इहदे विच भी फिर बेटे अभिकर्षण ते अपकर्षण दी क्रियावां हो रहीआं। इन्हां सारियां क्रियावां दे सिੱਟੇ वजों ਆਪਾਂ ਇਹੋ ਹੀ ਕਹਿ ਸਕਦੇ ਆ कि इन्हां दे विच की लग रहा है, बल लग रहा है। ਇਹ ਸਾਰੀਆਂ ਜਿਹੜੀਆਂ ਵੀਡੀਓ ਨੇ ਤੁਸੀਂ ਇੱਕ ਇੱਕ ਕਰਕੇ ਦੇਖ ਰਹੇ ਹੋ। बेटा जी बल लगान, बल कदों लग सकता है, जदों
दो वस्तुओं के विचकार इंटरैक्शन संपर्क ਜਾਂ बेटे ਉਹਨੂੰ ਕੀ ਕਹਿ ਦਿੰਦੇ ਆ ਪਰਸਪਰ ਕਿਰਿਆ। ਬਲ ਪਰਸਪਰ ਕਿਰਿਆ ਦੇ ਕਾਰਨ ਲੱਗਦੇ ਹਨ। ਮਤਲਬ ਜਦੋਂ ਦੋ ਚੀਜ਼ਾਂ ਸੰਪਰਕ ਵਿੱਚ ਆਉਣਗੀਆਂ ਉਦੋਂ ਹੀ ਬਲ ਲੱਗੇਗਾ। ਬਲ ਲਗਾਉਣ ਵਾਸਤੇ ਘੱਟ ਤੋਂ ਘੱਟ ਕਿੰਨੀਆਂ ਵਸਤੂਆਂ, ਦੋ ਵਸਤੂਆਂ ਦੇ ਵਿੱਚ ਪਰਸਪਰ ਕਿਰਿਆ ਹੋਣੀ ਜ਼ਰੂਰੀ ਹੈ। ਆਓ ਹੁਣ ਆਪਾਂ ਇਹਨਾਂ ਨੂੰ ਕੁਝ ਉਦਾਹਰਨ ਦੇ ਨਾਲ ਸਮਝੀਏ। ਮੰਨ ਲਓ ਕੋਈ ਆਦਮੀ ਕਾਰ ਦੇ ਪਿੱਛੇ ਖੜਾ ਹੈ, ਕਾਰ ਦੇ ਪਿੱਛੇ ਖੜਾ ਹੋ ਕੇ ਉਹ ਕੁਝ ਨਹੀਂ ਕਰ ਰਿਹਾ, ਜਸਟ ਖੜਾ ਹੈ, ਤੇ ਕੀ ਹੁਣ ਆਪਣੀ ਕਾਰ ਗਤੀਸ਼ੀਲ ਹੋ ਸਕਦੀ ਹੈ ਜਾਂ ਗਤੀਸ਼ੀਲ ਨਹੀਂ ਹੋ ਸਕਦੀ? ਠੀਕ ਹੈ, ਕਾਰ ਨੂੰ ਉਹ ਧੱਕਾ ਨਹੀਂ ਲਗਾ ਰਿਹਾ, ਉਹ ਸਿਰਫ ਤੇ ਸਿਰਫ ਕੀ ਹੈ, ਖੜਾ ਹੈ ਤੇ ਆਪਣੀ ਕਾਰ ਗਤੀਸ਼ੀਲ ਨਹੀਂ ਕਰੇਗੀ। ਹੁਣ ਉਹ ਕੀ ਹੈ, ਧੱਕਾ ਲਗਾ ਰਿਹਾ। ਜੇਕਰ ਉਹਨੂੰ ਧੱਕਾ ਲਗਾ ਰਿਹਾ ਤਾਂ ਫਿਰ ਕੀ ਹੋਏਗੀ, ਆਪਣੀ ਕਾਰ ਗਤੀਸ਼ੀਲ ਹੋ ਜਾਵੇਗੀ। ਉਹ ਕਾਰ ਆਪਣੀ ਕੀ ਹੈ, ਅੱਗੇ ਵੱਧ ਰਹੀ ਹੈ। ਕਹਿਣ ਦਾ ਮਤਲਬ ਇੱਥੇ ਉਹ ਕਾਰ ਦੇ ਕੀ ਹੈ, ਸੰਪਰਕ ਵਿੱਚ ਹੈ। ਉਹਨੇ ਆਪਦੇ ਹੱਥ ਕਿਹਨੂੰ ਲਗਾਤੇ ਹੈ, ਕਾਰ ਨੂੰ ਲਗਾ ਲਿਆ, ਉਹਨਾਂ ਨਾਲ ਕੀ ਕਰ ਲਿਆ, ਸੰਪਰਕ ਕਰ ਲਿਆ। ਹੁਣ ਇੱਕ ਉਦਾਹਰਨ ਤੁਸੀਂ ਦੇਖ ਰਹੇ ਹੋ, ਦੋ ਬੱਚੇ ਕੁੜੀਆਂ ਖੇਡ ਰਹੀਆਂ ਨੇ। ਹੁਣ ਇਹਦੇ ਵਿੱਚ ਉਹ ਇੱਕ ਦੂਸਰੇ ਨੂੰ ਕੀ ਕਰ ਰਹੀਆਂ, ਧੱਕਾ ਮਾਰ ਰਹੀਆਂ ਜਾਂ ਕੀ ਕਰ ਰਹੀਆਂ, ਖਿੱਚ ਰਹੀਆਂ, ਪਰ ਇਹਨਾਂ ਦੋਨੋਂ ਇੱਕ ਦੂਸਰੇ ਦੇ ਕੀ ਨੇ, ਉਹਨਾਂ ਦੇ ਹੱਥ ਸੰਪਰਕ ਵਿੱਚ ਨੇ, ਫਿਰ ਹੀ ਬਲ ਲੱਗ ਰਿਹਾ ਹੈ। ਫਿਰ ਤੁਸੀਂ ਦੇਖ ਰਹੇ ਹੋ ਦੋ ਬੱਚੇ ਕਿੱਕਲੀ ਪਾ ਰਹੇ ਆ। ਹੁਣ ਵੇਲੇ ਜਿਹੜੇ ਕਿੱਕਲੀ ਪਾ ਰਿਹਾ, ਇਹਨਾਂ ਨੇ ਇੱਕ ਦੂਸਰੇ ਨੂੰ ਇਹ ਕੀ ਕਰ ਰਿਹਾ, ਇੱਕ ਜਣਾ ਜਾਂ ਧੱਕਾ ਦੇ ਰਿਹਾ ਜਾਂ ਕੀ ਕਰ ਰਿਹਾ, ਖਿੱਚ ਰਿਹਾ, ਪਰ ਇਹਨਾਂ ਦੋਨਾਂ ਦੇ ਹੱਥ ਇੱਕ ਦੂਸਰੇ ਦੇ ਕੀ ਨੇ, ਪਰਸਪਰ ਨੇ, ਮਤਲਬ ਇੱਕ ਦੂਜੇ ਦੇ ਸੰਪਰਕ ਵਿੱਚ ਹਨ। ਹੁਣ ਤੁਸੀਂ ਦੇਖ ਰਹੇ ਹੋ ਕੀ ਹੈ, ਇੱਕ ਬੈਲ ਬੰਦਾ ਇਹ ਇੱਕ ਦੂਸਰੇ ਨੂੰ ਕੀ ਕਰ ਰਹੇ ਨੇ, ਖਿੱਚ ਰਹੇ ਨੇ। ਜੇ ਖਿੱਚ ਰਹੇ ਨੇ ਤਾਂ ਇਹ ਵੀ ਕੀ ਨੇ, ਇੱਕ ਦੂਸਰੇ ਦੇ ਰੱਸੀ ਦੇ ਥਰੂ ਇੱਕ ਦੂਸਰੇ ਦੇ ਕੀ ਨੇ, ਉਹ ਸੰਪਰਕ ਵਿੱਚ ਆਏ ਹੋਏ ਹੈ, ਤਾਂ ਹੀ ਉਹਨਾਂ ਦਾ ਕੀ ਲੱਗ ਰਿਹਾ, ਬਲ ਲੱਗ ਰਿਹਾ। ਹੁਣ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਵੇਂ ਇੱਕ ਬੰਦਾ ਇੱਕ ਵੱਡੇ ਸਾਰੇ ਗੋਲੇ ਨੂੰ ਖਿੱਚ ਰਿਹਾ ਹੈ, ਇੱਕ ਘੋੜਾ ਬੈਲ ਗੱਡੀ ਨੂੰ ਖਿੱਚ ਰਿਹਾ ਹੈ। ਕਹਿਣ ਦਾ ਮਤਲਬ ਹੁਣ ਜਿਹੜਾ ਬੰਦਾ ਹੈ ਉਹ ਜਿਹੜਾ ਗੋਲੇ ਨੂੰ ਖਿੱਚ ਰਿਹਾ, ਉਹ ਕਦੋਂ ਖਿੱਚ ਰਿਹਾ, ਜਦੋਂ ਉਹ ਉਹਨੂੰ ਕੀ ਕਰ ਰਿਹਾ, ਟੱਚ ਕਰ ਰਿਹਾ, ਉਹਦੇ ਇੰਟਰੈਕਸ਼ਨ ਹੈ, ਸੰਪਰਕ ਵਿੱਚ ਹੈ। ਉਸੇ ਹੀ ਤਰ੍ਹਾਂ ਘੋੜਾ ਬੈਲ ਗੱਡੀ ਨੂੰ ਕਦੋਂ ਖਿੱਚ ਰਿਹਾ, ਜਦੋਂ ਉਹ ਉਹਦੇ ਕੀ ਹੈ, ਸੰਪਰਕ ਵਿੱਚ ਹੈ। ਕਹਿਣ ਦਾ ਮਤਲਬ ਆਪਾਂ ਇਹਨਾਂ ਸਾਰੀਆਂ ਉਦਾਹਰਨਸ ਤੋਂ ਇਹ ਕਹਿ ਸਕਦੇ ਹਾਂ ਕਿ ਬਲ ਉਦੋਂ ਹੀ ਲੱਗੇਗਾ ਜਦੋਂ ਦੋ ਚੀਜ਼ਾਂ ਦੋ ਵਸਤੂਆਂ ਇੱਕ ਦੂਸਰੇ ਦੇ ਕੀ ਆਉਣਗੀਆਂ, ਸੰਪਰਕ ਵਿੱਚ ਆਉਣਗੀਆਂ ਤਾਂ ਬਲ ਲੱਗਦਾ ਹੈ। ਲੋ ਬੇਟੇ, ਹੁਣ ਆਪਾਂ ਕਰਨ ਜਾ ਰਹੇ ਹਾਂ ਬਲ ਦੀਆਂ ਕਿਸਮਾਂ, ਮਤਲਬ ਟਾਈਪਸ ਆਫ ਫੋਰਸ। ਬੇਟੇ ਕਿੰਨੇ ਤਰ੍ਹਾਂ ਦਾ ਫੋਰਸ ਆਪਾਂ ਲਗਾ ਸਕਦੇ ਆ, ਦੋ ਤਰ੍ਹਾਂ ਦੀ ਹੈ ਬੇਟੇ। ਇੱਕ ਸੰਤੁਲਿਤ ਹੈ ਜਿਹਨੂੰ ਆਪਾਂ ਬੈਲੈਂਸ ਫੋਰਸਿਸ ਕਹਿੰਦੇ ਨੇ, ਦੂਸਰੀ ਅਨਬੈਲੈਂਸ ਹੈ ਜਿਹਨੂੰ ਆਪਾਂ ਅਸੰਤੁਲਿਤ ਦਾ ਨਾਮ ਦਿਆਂਗੇ। ਹੁਣ ਬੇਟੇ ਜਨਰਲ ਦੀ ਗੱਲ ਹੈ, ਬੈਲੈਂਸ ਕਿਸ ਤਰ੍ਹਾਂ, ਬੈਲੈਂਸ ਦਾ ਮਤਲਬ ਕੀ ਹੁੰਦਾ, ਬਰਾਬਰ, ਤੇ ਅਨਬੈਲੈਂਸ ਦਾ ਮਤਲਬ ਬਰਾਬਰ ਨਹੀਂ। ਹੁਣ ਬੇਟੇ ਇੰਡੀਆ ਮੈਂ ਤੁਹਾਨੂੰ ਕੁਝ ਇੱਕ ਤੁਸੀਂ ਹੁਣ ਵਿੱਚ ਚਿੱਤਰ ਦੇਖ ਰਹੇ ਹੋ, ਕੀ ਦੇਖ ਰਹੇ ਹੋ, ਇੱਕ ਬਾਕਸ ਨੂੰ ਦੋਨੋਂ ਸਾਈਡ ਤੋਂ ਕੋਈ ਧੱਕ ਰਿਹਾ ਹੈ, ਕੋਈ ਦੋ ਬੰਦੇ ਦੋਨੋਂ ਸਾਈਡ ਤੋਂ ਕੀ ਹੈ, ਧੱਕ ਰਿਹਾ ਹੈ। ਕੀ ਹੁਣ ਉਹ ਬਾਕਸ ਰਿੜੇਗਾ? ਬਾਕਸ ਬਿਲਕੁਲ ਨਹੀਂ ਰਿੜੇਗਾ, ਕਿਉਂਕਿ ਬੇਟੇ ਜਿੰਨੀ ਹੀ ਫੋਰਸ ਉਹ ਬੰਦਾ ਲਗਾ ਰਿਹਾ, ਦੂਸਰਾ ਬੰਦਾ ਵੀ ਕੀ ਲਗਾ ਰਿਹਾ, ਉਨੀ ਫੋਰਸ ਹੀ ਲਗਾ ਰਿਹਾ। ਤਾਂ ਫਿਰ ਬੇਟੇ ਆਪਣੇ ਕੋਲ ਕਿਹੜੀ ਫੋਰਸ ਹੋਗੀ, ਬੈਲੈਂਸ ਫੋਰਸ। ਅਨਬੈਲੈਂਸ ਫੋਰਸ ਕਿਹੜੀ ਹੋਏਗੀ ਬੇਟੇ, ਜਿੰਨੇ ਵਿੱਚ ਬੇਟੇ ਆਪਣੇ ਕੋਲ ਕੀ ਹੈ, ਇੱਕ ਸਾਈਡ ਤੇ ਬੰਦੇ ਕੀ ਹੈ, ਜ਼ਿਆਦਾ, ਜਾਂ ਦੂਸਰੀ ਸਾਈਡ ਤੇ ਬੰਦੇ ਕੀ ਹੈ, ਘੱਟ। ਤੇ ਫਿਰ ਬੇਟੇ ਜਿਹੜੀ ਫੋਰਸ ਹੋਏਗੀ ਉਹਨੂੰ ਬੇਟੇ ਆਪਾਂ ਕੀ ਨਾਮ ਦੇ ਦਿਆਂਗੇ, ਅਨਬੈਲੈਂਸ ਫੋਰਸ। ਹੁਣ ਬੇਟੇ ਇਹਦੀ ਬਿਲਕੁਲ ਸਿੰਪਲ ਜੀ ਐਗਜ਼ਾਮਪਲ ਹੈ, ਤੁਸੀਂ ਵੇਖ ਸਕਦੇ ਹੋ। ਆ ਮੇਰੇ ਕੋਲ ਇੱਕ ਕਿਤਾਬ ਹੈ, ਠੀਕ ਹੈ। ਹੁਣ ਬੇਟੇ ਕਿਤਾਬ ਨੂੰ ਜੇਕਰ ਮੈਂ ਧੱਕਾ ਮਾਰਨਾ, ਮੈਂ ਇੱਧਰ ਇਸ ਤਰ੍ਹਾਂ ਕਰ ਰਿਹਾ ਤਾਂ ਅੱਗੇ ਚੱਲ ਰਹੀ ਹੈ। ਜੇਕਰ ਮੈਂ ਇੱਧਰੋਂ ਵੀ ਧੱਕਾ ਮਾਰਾਂ, ਇੱਧਰੋਂ ਵੀ ਧੱਕਾ ਮਾਰਾਂ, ਕਿਤਾਬ ਤਾਂ ਨਹੀਂ ਹਿੱਲੀ ਨਾ, ਕਿਤਾਬ ਨੇ ਗਤੀ ਨਹੀਂ ਕੀਤੀ, ਕਿਉਂਕਿ ਜਿੰਨੀ ਮੈਂ ਫੋਰਸ ਲੈਫਟ ਹੈਂਡ ਸਾਈਡ ਤੋਂ ਲਾ ਰਿਹਾ, ਸੱਜੇ ਹੱਥ ਤੋਂ ਲਾ ਰਿਹਾ, ਉਨੀ ਹੀ ਫੋਰਸ, ਉਨਾ ਹੀ ਬਲ ਮੈਂ ਖੱਬੇ ਹੱਥ ਤੋਂ ਵੀ ਲਾ ਰਿਹਾ। ਕਹਿਣ ਦਾ ਮਤਲਬ ਆਪਣੀ ਉਹ ਚੀਜ਼ ਨੇ ਗਤੀ ਨਹੀਂ ਕੀਤੀ। ਜੇਕਰ ਮੈਂ ਇੱਕ ਸਾਈਡ ਤੋਂ ਹੀ ਬਲ ਲਾਵਾਂ ਤਾਂ ਫਿਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕੀ ਕਰ ਰਹੀ ਹੈ, ਗਤੀ ਕਰ ਰਹੀ ਹੈ। ਇੱਥੇ ਹੁਣ ਕਿਹੜੀ ਫੋਰਸ ਹੋਗੀ ਬੇਟੇ, ਅਨਬੈਲੈਂਸ ਫੋਰਸ, ਕਿਉਂਕਿ ਇੱਕ ਸਾਈਡ ਤੋਂ ਹੀ ਫੋਰਸ ਲੱਗ ਰਹੀ ਹੈ। ਜੇਕਰ ਬਰਾਬਰ ਫੋਰਸ ਦੋਨੋਂ ਪਾਸੋਂ ਲੱਗੇਗੀ ਫਿਰ ਕਿਹੜੀ ਹੋਏਗੀ, ਬੈਲੈਂਸ ਫੋਰਸ ਹੋਏਗੀ। ਕਿਹੜੀ ਹੋਗੀ ਫਿਰ, ਉਹ ਸੰਤੁਲਿਤ ਫੋਰਸ। ਇਹਦੇ ਬੇਟੇ ਕੁਝ ਉਦਾਹਰਨ
ਜਿਹੜੀਆਂ ਨੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਪਿਕਚਰ 'ਚ ਦੇਖ ਰਹੇ ਹੋ ਬੱਚੇ ਗੇਮ ਖੇਡ ਰਹੇ, ਕਿਹੜੀ? ਰੱਸਾ ਖਿੱਚਣ ਵਾਲੀ। ਹੁਣ ਜੇਕਰ ਦੋਨੋਂ ਸਾਈਡ ਤੇ ਬਰਾਬਰ ਬੱਚੇ ਨੇ ਤੇ ਬਰਾਬਰ ਹੀ ਉਹਨਾਂ ਦਾ ਵਜਨ ਹੈ ਤੇ ਫਿਰ ਰੱਸਾ ਕਿਧਰੇ ਵੀ ਨਹੀਂ ਜਾ ਰਿਹਾ, ਉਹ ਵਿਚਕਾਰ ਉਵੇਂ ਦੋਵੇਂ ਹੀ ਆ, ਬਰਾਬਰ ਉਹ ਇੱਕ ਦੂਜੇ ਨੂੰ ਖਿੱਚ ਰਹੇ ਨੇ। ਪਰ ਜੇਕਰ ਇੱਕ ਸਾਈਡ ਤੇ ਆਪਾਂ ਫੋਰਸ ਬੰਦੇ ਵਧਾ ਦਈਏ, ਦੂਜੀ ਸਾਈਡ ਤੇ ਘਟਾ ਦਈਏ, ਫਿਰ ਕੀ ਹੋਏਗਾ? ਫਿਰ ਜਿੱਧਰ ਜ਼ਿਆਦਾ ਹੋਣਗੇ, ਜਿੱਧਰ ਜ਼ਿਆਦਾ ਫੋਰਸ ਹੋਏਗੀ, ਉਹ ਉਹਨੂੰ ਕੀ ਕਰਕੇ ਲੈ ਜਾਣਗੇ? ਖਿੱਚ ਕੇ ਲੈ ਜਾਣਗੇ। ਫਿਰ ਉਹ ਕਿਹੜੀ ਫੋਰਸ ਹੋਗੀ? ਅਨਬੈਲੈਂਸ ਫੋਰਸ ਹੋਗੀ। ਇਹਦੀਆਂ ਬੜੇ ਕੁਝ ਉਦਾਹਰਣ ਜਿਹੜੀਆਂ ਨੇ ਉਹ ਆਪਾਂ ਪਿਕਚਰ ਦੇ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਘਰ 'ਚ ਬੇਟੇ ਜਨਮ ਦਿਨ ਪਾਰਟੀ ਚੱਲ ਰਹੀ ਸੀ। ਹੁਣ ਦੇਖੋ ਤੁਸੀਂ, ਇੱਕ ਪਰਸਨ ਗਿਫਟ ਦੇਣ ਆਇਆ, ਉਹਨੇ ਬੈਲ ਲਗਾਈ, ਕੁਝ ਬੱਚੇ ਬਾਹਰ ਆਏ ਆ, ਉਹ ਗਿਫਟ ਲੈ ਲਿਆ ਉਹਨਾਂ ਨੇ, ਪਰ ਉਹ ਗਿਫਟ ਦੇ ਕੇ ਆਪਸ ਵਿੱਚ ਲੜਨ ਲੱਗ ਗਏ ਕਿ ਇਹ ਮੇਰਾ ਹੈ, ਇਹ ਮੇਰਾ ਹੈ। ਹੁਣ ਤੁਸੀਂ ਦੇਖ ਰਹੇ ਹੋ ਦੋਨੋਂ ਇੱਕ ਦੂਸਰੇ ਨੂੰ ਬਰਾਬਰ ਗਿਫਟ ਨੂੰ ਇੱਕ ਦੂਸਰੇ ਨੂੰ ਖਿੱਚ ਰਹੇ ਆ, ਤੇ ਪਰ ਉਹ ਗਿਫਟ ਕਿਧਰੇ ਵੀ ਨਹੀਂ ਜਾ ਰਿਹਾ। ਕਿਉਂ? ਕਿਉਂਕਿ ਬੇਟੇ ਉਹ ਕੀ ਲਗਾ ਰਹੇ ਆ? ਦੋਨੋਂ ਸਾਈਡ ਤੇ ਬਰਾਬਰ ਫੋਰਸ ਲਗਾ ਰਹੇ ਆ। ਠੀਕ ਹੈ, ਕਿਹੜੀ ਫਿਰ ਫੋਰਸ ਹੈ? ਬੈਲੈਂਸ ਫੋਰਸ ਹੈ। ਹੁਣ ਬੇਟੇ ਜੇਕਰ ਉੱਪਰੋਂ ਉਹਨਾਂ ਨੇ ਢੱਕਣ ਖੋਲਿਆ, ਉਹਦੇ ਵਿੱਚੋਂ ਕੀ ਆ ਗਿਆ? ਇੱਕ ਡੋਗੀ ਬਾਹਰ ਆ ਗਿਆ। ਹੁਣ ਉਹਨਾਂ ਨੇ ਫਿਰ ਉਹਨੂੰ ਪੁਸ਼ ਕਰਨਾ ਸ਼ੁਰੂ ਕਰਤਾ ਨਾ, ਹੁਣ ਉਹ ਦੱਬਿਆ ਜਾ ਰਿਹਾ, ਪਰ ਉਹਨੂੰ ਫਿਰ ਵੀ ਫੋਰਸ ਕੀ ਲੱਗ ਰਹੀ ਹੈ? ਦੋਨੋਂ ਸਾਈਡ ਤੇ ਸੇਮ ਬਰਾਬਰ ਫੋਰਸ ਲਗਾ ਰਹੀ ਹੈ। ਹੁਣ ਉਹਨਾਂ ਨੇ ਉਹਨੂੰ ਬਾਹਰ ਕੱਢਣਾ ਚਾਹਿਆ, ਫਿਰ ਉਹਨਾਂ ਦੋਨਾਂ ਨੇ ਮਿਲ ਕੇ ਫੋਰਸ ਲਗਾਈ ਤੇ ਕੀ ਹੋ ਗਿਆ? ਉਹ ਬਾਹਰ ਚਲਾ ਗਿਆ। ਇਹ ਕਿਹੜੀ ਸੀ? ਅਨਬੈਲੈਂਸ ਫੋਰਸ। ਮੈਂ ਉਮੀਦ ਕਰਦਾ ਕਿ ਤੁਸੀਂ ਹੁਣ ਬੈਲੈਂਸ ਅਤੇ ਅਨਬੈਲੈਂਸ ਫੋਰਸਿਸ ਨੂੰ ਸਮਝ ਚੁੱਕੇ ਹੋ। ਹੁਣ ਆਪਾਂ ਅਗਲਾ ਟੌਪਿਕ ਕਰਦੇ ਹਾਂ। ਲੋ ਬੇਟੇ, ਹੁਣ ਆਪਾਂ ਅਗਲਾ ਟੌਪਿਕ ਕਰਨ ਜਾ ਰਹੇ ਹਾਂ। ਬਲ ਵਸਤੂ ਦੀ ਗਤੀ ਵਿੱਚ ਪਰਿਵਰਤਨ ਕਰ ਸਕਦਾ ਹੈ। ਕਹਿਣ ਦਾ ਮਤਲਬ ਆਪਾਂ ਬਲ ਦੇ ਨਾਲ ਕਿਸੇ ਵੀ ਵਸਤੂ ਦੀ ਗਤੀ ਨੂੰ ਕੀ ਕਰ ਸਕਦੇ ਹਾਂ? ਪਰਿਵਰਤਨ ਕਰ ਸਕਦੇ ਹਾਂ। ਇਹਦੀ ਬੇਟੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਬਲ ਦੇ ਨਾਲ ਆਪਾਂ ਪਰਿਵਰਤਨ ਕਰ ਸਕਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਕੀ ਦੱਸਿਆ ਸੀ? ਕਿ ਧੋਨੀ ਹੈ, ਠੀਕ ਹੈ, ਉਹਨੇ ਕੀ ਖੇਡਣਾ ਹੈ? ਕ੍ਰਿਕਟ ਖੇਡ ਰਿਹਾ ਹੈ। ਉਹ ਕੀ ਕਰੇਗਾ? ਮੈਂ ਤੁਹਾਨੂੰ ਸਿੰਪਲ ਐਗਜ਼ਾਮਪਲ ਦੇ ਨਾਲ ਸਮਝਾਇਆ ਸੀ ਕਿ ਜਦੋਂ ਉਹ ਬੇਟੇ ਸ਼ਾਟ ਲਗਾ ਰਿਹਾ, ਬੋਲ ਆਈ, ਜੇਕਰ ਉਹਨੇ ਬਿਲਕੁਲ ਅੱਗੇ ਰੋਕਦੀ ਤਾਂ ਗੇਂਦ ਦੀ ਸਪੀਡ ਕਿੰਨੀ ਸੀ? ਉਹਨੇ ਕੀ ਕੀਤਾ? ਅੱਗੇ ਬੈਟ ਕਰਤਾ। ਬੈਟ ਦਾ ਜਿਹੜਾ ਉਹਦਾ ਬਲ ਸੀ ਉਹਨੇ ਕਿੰਨੇ ਵਿੱਚ ਦੇਤਾ? ਬੈਟ ਨੇ ਦੇਤਾ, ਤੇ ਉਹ ਬੈਟ ਨੇ ਕੀ ਕੀਤਾ? ਗੇਂਦ ਨੂੰ ਰੋਕਤਾ, ਉਹਦੀ ਸਪੀਡ ਨੂੰ ਕੀ ਕਰਤਾ? ਘੱਟ ਕਰਤਾ। ਕਹਿਣ ਦਾ ਮਤਲਬ ਪਹਿਲਾ ਜਿਹੜਾ ਪੁਆਇੰਟ ਹੈ ਵਸਤੂ ਦੀ ਗਤੀ ਨੂੰ ਘਟਾਉਣਾ, ਉਹਨੇ ਬੇਟੇ ਆਪਦੇ ਬੈਟ ਨਾਲ ਗੇਂਦ ਨੂੰ ਬਿਲਕੁਲ ਪਿਆਰ ਨਾਲ ਕੀ ਕਰਤਾ? ਰੋਕਤਾ, ਤੇ ਉਹਦੇ ਨਾਲ ਕੀ ਹੋ ਗਿਆ? ਗੇਂਦ ਦੀ ਜੋ ਗਤੀ ਸੀ ਉਹ ਕੀ ਹੋ ਗਈ? ਘਟ ਗਈ। ਹੁਣ ਦੂਜੀ ਗੱਲ, ਜੇਕਰ ਬੇਟੇ ਅੱਗੋਂ ਚੱਕ ਕੇ ਗੇਂਦ ਮਾਰ ਦੇਵੇ ਇਸ ਤਰ੍ਹਾਂ, ਫਿਰ ਕੀ ਹੋਏਗਾ? ਫਿਰ ਸਿੰਪਲ ਜੀ ਗੱਲ ਹੈ, ਕੀ ਹੋ ਗਈ? ਫਿਰ ਉਹ ਗੇਂਦ ਦੀ ਸਪੀਡ ਹੋਰ ਜ਼ਿਆਦਾ ਵੱਧ ਗਈ। ਉਹਨੇ 6 ਲਾਇਆ, ਉਹਨੇ ਚੱਕ ਕੇ ਮਾਰੀ ਗੇਂਦ, ਜਿੰਨੀ ਸਪੀਡ ਤੇ ਆਈ ਸੀ ਉਸ ਤੋਂ ਡਬਲ ਸਪੀਡ ਤੇ ਉਹਨੇ ਮਾਰਤੀ, ਤੇ ਫਿਰ ਉਹਦੀ ਵਸਤੂ ਦੀ ਗਤੀ ਨੂੰ ਉਹਨੇ ਕੀ ਕਰਤਾ? ਗੇਂਦ ਦੀ ਗਤੀ ਨੂੰ ਵਧਾਤਾ। ਹੁਣ ਜੇਕਰ ਬੇਟੇ ਪਹਿਲਾਂ ਉਹਨੇ ਕੀ ਕੀਤੀ ਸੀ? ਰੋਕੀ, ਬਿਲਕੁਲ ਸਟਾਪ ਕਰਤੀ, ਤਾਂ ਉਹਨੇ ਰੋਕ ਦਿੱਤੀ, ਵਿਰਾਮ ਅਵਸਥਾ ਵਿੱਚ ਆ ਗਈ, ਗਤੀ ਨੂੰ ਘੱਟ ਵੀ ਕਰਤਾ ਤੇ ਗਤੀ ਨੂੰ ਵਧਾ ਵੀ ਦਿੱਤਾ। ਇਹੋ ਹੀ ਐਗਜ਼ਾਮਪਲ ਦੇ ਨਾਲ ਬੇਟੇ ਆਪਾਂ ਕਰ ਸਕਦੇ ਹਾਂ ਕਿ ਵਸਤੂ ਦੀ ਗਤੀ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ, ਘਟਾਇਆ ਜਾ ਸਕਦਾ ਹੈ, ਜਾਂ ਉਹਨੂੰ ਵਿਰਾਮ ਅਵਸਥਾ ਵਿੱਚ ਲੈ ਕੇ ਆਂਦਾ ਜਾ ਸਕਦਾ ਹੈ। ਹੁਣ ਬੇਟੇ ਇਹੋ ਹੀ ਐਗਜ਼ਾਮਪਲ ਫੁੱਟਬਾਲ ਦੇ ਖਿਡਾਰੀ ਨਾਲ ਹੁੰਦੀ ਹੈ। ਜਦੋਂ ਉਹ ਕਿੱਕ ਮਾਰਦਾ ਹੈ, ਪਹਿਲਾਂ ਬੋਲ ਕੀ ਹੈ? ਰਿੜ ਰਹੀ ਹੈ ਹੌਲੀ ਹੌਲੀ, ਪਰ ਜਦੋਂ ਉਹ ਜ਼ੋਰ ਦੀ ਕਿੱਕ ਮਾਰਦਾ ਉਹਦੀ ਸਪੀਡ ਕੀ ਹੋ ਜਾਂਦੀ ਹੈ? ਵੱਧ ਜਾਂਦੀ ਹੈ, ਕਿਉਂਕਿ ਉਹਨੇ ਉਹਦੇ ਤੇ ਕੀ ਲਗਾਤਾ? ਬਲ ਲਗਾਤਾ। ਠੀਕ ਹੈ, ਅੱਗੋਂ ਗੋਲਕੀਪਰ ਕੀ ਕਰਦਾ? ਉਹਨੂੰ ਰੋਕ ਦਿੰਦਾ ਹੈ, ਧੱਕਾ ਮਾਰਦਾ ਹੈ, ਉਹ ਉਹਦੀ ਗਤੀ ਨੂੰ ਕੀ ਕਰ ਰਿਹਾ? ਰੋਕ ਰਿਹਾ ਹੈ, ਘਟਾ ਰਿਹਾ ਹੈ। ਇਹ ਬੇਟੇ ਸਾਰੀਆਂ ਜਿਹੜੀਆਂ ਐਗਜ਼ਾਮਪਲ ਨੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਯੂਜ਼ ਹੁੰਦੀਆਂ ਨੇ। ਹੁਣ ਬੇਟੇ ਦੇਖੋ, ਇੱਕ ਛੋਟੀ ਜਿਹੀ ਆਪਾਂ ਕਿਰਿਆ ਕਰਕੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹ ਕਿਰਿਆ ਤੁਸੀਂ ਘਰੇ ਵੀ ਕਰ ਸਕਦੇ ਹੋ, ਇਹ ਤੁਹਾਡੀ ਬੁੱਕ ਦੇ ਵਿੱਚ ਹੈ। ਹੁਣ ਬੇਟੇ ਆਪਾਂ ਕਿਰਿਆ ਇੱਕ ਬੋਲ ਵਾਲੀ ਰਬੜ ਦੀ ਬੋਲ ਦੀ ਸਹਾਇਤਾ ਦੇ ਨਾਲ ਆਪਾਂ ਹੁਣੇ ਕਿਰਿਆ ਕਰਨ ਜਾ ਰਹੇ ਹਾਂ। ਇਹ ਤੁਸੀਂ ਘਰੇ ਵੀ ਕਰ ਸਕਦੇ ਹੋ। ਲੋ ਬੇਟੇ, ਗਤੀ ਦੇ ਪਰਿਵਰਤਨ ਨੂੰ ਸਮਝਣ ਵਾਸਤੇ ਆਪਾਂ ਹੁਣ ਇੱਕ ਕਿਰਿਆ ਕਰਕੇ ਵੇਖਦੇ ਹਾਂ। ਇਹ ਕਿਰਿਆ ਬੇਟੇ ਤੁਹਾਡੀ ਬੁੱਕ ਦੇ ਵਿੱਚ ਵੀ ਹੈ। ਇੱਕ ਬੋਲ ਲੈਣੀ ਹੈ ਤੁਸੀਂ, ਜਾਂ ਇੱਕ ਮੈਂ ਬੋਲ ਲੈ ਲਈ। ਇਹਨੂੰ ਬੇਟੇ ਤੁਸੀਂ ਫਰਸ਼ ਤੇ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਇੱਕ ਟੇਬਲ ਤੇ ਕਰਕੇ ਇਹ ਕਿਰਿਆ ਦਿਖਾ ਰਿਹਾ, ਤੁਸੀਂ ਦੇਖ ਸਕਦੇ ਹੋ। ਜਿਹੜੀ ਆ ਬੋਲ ਇਸ ਟਾਈਮ ਪਈ ਹੈ, ਇਹ ਬਿਲਕੁਲ ਮੈਂ ਇਹਨੂੰ ਰੱਖਤਾ। ਇਹ ਹੁਣ ਕਿਹੜੀ ਅਵਸਥਾ ਵਿੱਚ ਹੈ?
विराम अवस्था विच, मतलब ये किधरे भी मूव नहीं कर रही, ये गतिशील नहीं हैगी। इस टाइम इहदी चाल की है 0, एक गेंद की है रुकी हुई है। हुण बेटे जेकर मैं गेंद नूं अगे रेड़ना चाहना तो मैनू की करना पेगा, पहला काम मैनू की लाना पेगा, इहनूं धक्का लाना पेगा, बल लाना पेगा। कदों जेकर मैं कहां चल चल चल, ये चल पेगी? नहीं चलेगी। क्यों नहीं चलेगी? क्योंकि पिछे आपां की पढ़ के आए हैं, परस्पर क्रिया। जदों दो चीज़ां एक दूजे दे की आणगियां, टच विच आणगियां, जदों तक मैं गेंद नूं टच नहीं करांगा ते बल नहीं लगावांगा, उदों तक इहने गति नहीं करनी। देख सकते हो तुसीं, चल चल नहीं चलदी। क्यों? क्योंकि इहदे ते कोई भी क्रिया, परस्पर क्रिया नहीं हो रही। हुण देखो आ मेरा हाथ है, मैं इहदे बिल्कुल कोल लैके गया, जदों मैं इहदे हाथ नूं आपदे हाथ दे नाल थोड़ा जिहा जोर बोल ते लाया, बल लाया, तां गेंद रेड़ पई। कहने का मतलब है गेंद की होगी, गति च आ गई। हुण जेकर बेटे चलती हुई रिड़ती हुई गेंद ते मैं होर बल ला देना, ये होर गति च आ गई, होर बल ला देना, होर गति च आ गई। कहने का मतलब जिवें जिवें मैं इहदे ते बल लाई जावांगा, ये गेंद की आई जाएगी, गति विच आई जाएगी। इहदी गति दे विच परिवर्तन भी कर सकते हैं आपां। जेकर ये हौली चल रही है, मैं जोर दी बल ला दा, तेज रिड़ेगी। हुण बेटे कहने का मतलब जो रिड़ती हुई गेंद अगे मैं हाथ रखता तो फिर ये की होगी, ये फिर रुक गई। कहने का मतलब हुण आपां की कर सकते सी, एक तो विराम व्यवस्था तो आपां नूं गति कराई, दूजा जेकर पहला गति च सी मैं होर तेज करना है तो मैं होर ज्यादा गति। कहने का मतलब तेज किसी चीज नूं करने वास्ते भी आपां बल लगाता। तीजी जेकर पहला ही गति से तो मैं रोकने वास्ते की है, फिर भी की लग गया, मेरा बल लग गया। ये बेटे सारियां ਜਿਹੜੀਆਂ एग्जाम्पल ने, कादियां एग्जाम्पल ने गति दे परिवर्तन दिया एग्जाम्पल ने। आओ बच्चों हुण आपां जानिए कि आपां हुण तक की पढ़िया है। फर्स्ट प्रश्न बेटे बिल्कुल सिंपल है, बल की हुंदा है? किसी वस्तु उत्ते लगन वाले धक्के जां खिंचाव नूं आपां की आखदे हां? बल आखदे हां। धक्के नूं बेटे मैं पहला भी तुहानूं दस्सिया कि कहंदे सी आपां विकर्षण, ते खिंचाव नूं आपां की कहंदे सी अपकर्षण। पुश और पुल, धक्का ते खिंचा, ये भी की है, बल है। सैकेंड प्रश्न, बल किहड़ी क्रिया दे कारण लगदे हन? बल परस्पर क्रिया दे कारण लगदे हन। की हुंदी सी बेटे परस्पर क्रिया? बिल्कुल सिंपल जी, मैं तुहानूं समझाई सी, जदों दो वस्तुआं एक दूसरे दे संपर्क विच आउंदियां हन तो उस क्रिया नूं बेटे आपां की नाम दे दिंदे आ? परस्पर क्रिया। जदों तक आपां एक दूजे नूं टच नहीं करांगे, धक्का देण वास्ते आपां नूं दूजे नूं की लगाना पेगा? हाथ लगाना पेगा, ठीक है ना, उन्होंने संपर्क करना पेगा, तां ही बेटे किहड़ी क्रिया होएगी? परस्पर क्रिया हो सकती है। अगला क्वेश्चन, बल लगन दे लई घटो घट किन्नियां वस्तुआं विच परस्पर क्रिया होनी जरूरी है? बल लगाउण दे लई घटो घट दो वस्तुआं विच परस्पर क्रिया होनी जरूरी है। आपां बेटे पिछे देखिया सी, तीन उदाहरण आपां कीतियां सी। एक बेटे कार वाली, कार दे पिछे एक बंदा खड़ा, उन्होंने की लगा रहा? धक्का लगा रहा है। दूसरी, दो बच्चे किकली पा रहे हैं। ये सारे दे सारियां च बेटे किन्ने सी भी दो जने घटो घट होणगे तां परस्पर क्रिया हो सकती है। अगला प्रश्न बेटे, बल दियां किन्नियां किस्मां हन? बल दियां बेटे किन्नियां किस्मां हुंदियां? दो किस्मां आपां पढ़ियां, एक किहड़ी सी? बैलेंस, ते दूसरी किहड़ी सी? अनबैलेंस फोर्सिस। ਕਿਹੜੀਆਂ ਕਿਹੜੀਆਂ? बैलेंस ਨੂੰ ਆਪਾਂ ਕੀ ਕਹਿੰਦੇ ਆ? ਸੰਤੁਲਿਤ, ਤੇ ਅਨਬੈਲੈਂਸ ਨੂੰ ਕੀ ਕਹਿੰਦੇ ਸੀ? असंतुलित। ਇਹਦੀਆਂ बेटे ਆਪਾਂ ਉਦਾਹਰਣ ਕੀਤੀਆਂ। ਕਿਹੜੀ ਕਿਹੜੀ ਉਦਾਹਰਣ ਸੀ बेटे? ਰੱਸਾ ਖਿੱਚਣ ਵਾਲੀ ਆਪਾਂ ਉਦਾਹਰਣ ਦੇਖੀ ਕਿ ਇੱਕ ਸਾਈਡ ਤੇ बेटे ਕਿੰਨੇ ਆ? 3 ਜਣੇ ਆ, ਦੂਸਰੀ ਸਾਈਡ ਤੇ ਵੀ ਕਿੰਨੇ ਜਣੇ ਆ? 3। ਦੋਨੋਂ ਕੀ ਲਗਾ ਰਹੇ ਆ? ਬਰਾਬਰ ਫੋਰਸ ਲਗਾ ਰਹੇ ਆ। ਜੇ ਬਰਾਬਰ ਫੋਰਸ ਲਗਾ ਰਹੇ ਆ ਤਾਂ ਕਿਹੜੀ ਹੋਏਗੀ? ਸੰਤੁਲਿਤ। ਜੇਕਰ ਉਹ ਬਰਾਬਰ ਫੋਰਸ ਨਹੀਂ ਲਗਾ ਰਹੇ ਤਾਂ ਫਿਰ बेटे ਉਹ ਕਿਹੜੀ ਹੋਏਗੀ? असंतुलित। विद्यार्थियों, मैं आशा करदा कि तुहानूं ਇਹ अध्याय हुण पूरी तरह समझ आ चुके हैं। हुण इहदे जिहड़े क्वेश्चन ने वो तुसीं आपदी बुक दे विचों कर सकदे हो, ते चैप्टर नूं बुक दे विचों ही हुण पढ़ना है। तुहाडा सारिआं दा बहुत बहुत धन्नवाद।